इसका जो बिल पास किया गया है वक्फ बोर्ड के हवाले नाल ਤਾਂ ਇਹ ਇੱਕ ਸਿਰਫ ਬਹਾਨਾ ਹੈ ਮੁਸਲਮਾਨਾਂ ਦੀ ਪ੍ਰੋਪਰਟੀਆਂ ਤੇ ਕਬਜ਼ਾ ਕਰਨ ਦਾ। ਤਾਂ ਦੇਖੋ ਜਦ ਤੱਕ ਸਾਡੇ ਘਰਾਂ ਪਰ ਬਲਡੋਜ਼ਰ ਚੱਲਦੇ ਰਹੇ ਅਸੀਂ ਚੁੱਪ ਰਹੇ, ਸਾਡੇ ਨਮਾਜ਼ ਪਰ ਪਾਬੰਦੀ ਲਗਾਈ ਗਈ ਅਸੀਂ ਚੁੱਪ ਰਹੇ, लेकिन उन्हें वक्फ की ज़मीन है, साड़ी नहीं अल्लाह की ज़मीन है। तो जब अल्लाह की ज़मीन पर कोई आँख उठा कर देखेगा तो कोई मुसलमान किसी कोने पर खामोश नहीं रहेगा। मैं वक्फ बोर्ड के प्लेटफॉर्म को सीएम साहब को बेनती करूंगा कि जिन्हें वेस्ट बंगाल इस गल का विरोध किया गया है कि ये बिल लागू नहीं हो सकेंगे, पंजाब के लिए बिल लागू नहीं हो सकेगा। ਜਿਹੜਾ ਵਕਫ ਬੋਰਡ ਆ ਉਹ ਮੈਂ ਸਮਝਦਾ ਵੀ ਉਹ ਕੰਮ ਕੀ ਕਰਦਾ, ਪਹਿਲਾਂ ਉਹਦੀ ਨੇਚਰ ਤਾਂ ਦੇਖੋ। ਬਜ਼ੁਰਗਾਂ ਨੂੰ ਪੈਨਸ਼ਨ ਲਾਉਂਦਾ, ਵਿਧਵਾ ਨੂੰ ਪੈਨਸ਼ਨ ਲਾਉਂਦਾ, ਉਹ ਦਰਗਾਹਾਂ ਦੇ ਵਿੱਚ ਸੇਵਾ ਕਰਦਾ, ਉਹ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੰਦਾ। ਸਿੱਖ ਅਦਾਰੇ ਦੀ ਨਿੱਜੀ ਪ੍ਰਾਪਰਟੀ ਦੇ ਉੱਤੇ ਜਿਹੜੀ ਕਿ ਇੱਕ ਧਰਮ ਨਾਲ ਜੁੜੀ ਹੋਈ ਆ ਤੇ ਉਹਦੇ ਉੱਤੇ ਇੱਕ ਡੀਸੀ ਦਾ ਕੰਟਰੋਲ ਕਰਨਾ ਸੋਚਦੇ ਨੇ। ਮੈਂ ਸਮਝਦਾ ਇਹ ਇੱਕ ਬਹੁਤ ਵੱਡਾ ਹਮਲਾ। ਜਿਹੜਾ ਸਮਾਜ ਦੀ ਸੇਵਾ ਹੁੰਦੀ ਆ ਇਹ ਤਾਂ ਥੋੜ੍ਹਾ ਹੁੰਦੀ ਆ ਵੀ ਉਹ ਅਗਲਾ ਕਦੇ ਘਰ ਦੀ ਕਰਦਾ। ਜਿਹੜਾ ਕੋਈ ਸੇਵਾ ਕਰਦੇ, ਜਿਹੜਾ ਕੋਈ ਦੁਸ਼ਮਣ ਵੀ ਕਰੇ ਅਸੀਂ ਉਹਦੀ ਵੀ ਸਪੋਰਟ ਕਰਾਂਗੇ। ਬਚੜੀਆਂ ਛੇੜੀਆਂ ਨੇ ਦਲਿਤਾਂ ਦੇ ਲੋਕਾਂ ਨੇ ਭਰਪੂਰ ਕੁਰਬਾਨੀਆਂ ਦੇ ਕੇ ਇੱਥੋਂ ਅੰਗਰੇਜ਼ਾਂ ਨੂੰ ਕੱਢਿਆ ਸੀ। ਸੋਚਿਆ ਗਿਆ ਸੀ ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਇਹ ਲੋਕਾਂ ਨੂੰ ਵਧਣ ਫੁੱਲਣ ਦੇ ਬਰਾਬਰ ਦੇ ਮੌਕੇ ਦਿੱਤੇ ਜਾਣਗੇ। लेकिन याद रखो कि कोई सच्चा मुसलमान अल्लाह की ज़मीन पर कब्जा नहीं होने देगा, तो ना ही वक्फ बोर्ड की ज़मीन पर असी किसी को अख चकते हुए देखने नहीं देवांगे। बड़े बड़े जो चैनल्स के उपर उन्होंने को गल नहीं उन्होंने आ रही कि यह बिल्कुल अनकॉन्स्टिट्यूशनल बिल है। आर्टिकल 14 हो गया, आर्टिकल 15 हो गया, 25, 26, 29, 30 ਜਿਹਦੀ ਇਹਨਾਂ ਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ ਕਿ ਇੱਕ ਧਰਮ ਵਾਸਤੇ ਹੋਰ ਕਾਨੂੰਨ, ਦੂਸਰੇ ਧਰਮ ਵਾਸਤੇ ਹੋਰ ਕਾਨੂੰਨ, ਜਦ ਕਿ ਸਾਨੂੰ ਆਰਟੀਕਲ 14, 15 ਤਾਂ ਇਹ ਗੱਲ ਕਹਿ ਰਹੇ ਆ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਨੇ। ਅੱਜ ਇਨਸ਼ਾਅੱਲਾ ਖੜੇ ਆ ਸਾਰੇ, ਅਸੀਂ ਸਾਰੇ ਮਿਲ ਕੇ ਵੀ ਮਲੇਰਕੋਟਲਾ ਵੱਲੋਂ ਇੱਕ ਕਮੇਟੀ ਬਣਾ ਕੇ ਵੀ ਇਸ ਵਕਫ ਅਮੈਂਡਮੈਂਟ ਐਕਟ ਨੂੰ ਜੋ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਹਾਂ। ਪਰ ਸਾਨੂੰ ਪੂਰੀ ਉਮੀਦ ਹੈ ਆਨਰੇਬਲ ਸੁਪਰੀਮ ਕੋਰਟ ਤੋਂ ਕਿ ਇਸ ਜਿਹੜਾ ਐਕਟ ਹੈ ਇਸ ਨੂੰ ਇਨਸ਼ਾਅੱਲਾ ਰੱਦ ਕੀਤਾ ਜਾਵੇ। इंशाअल्लाह हर मुसलमान अपने घरों जो बाहर निकलिया होया है, अगर ये बिल वापस नहीं होया उस तो बाद जो है इंशाअल्लाह अगे इकदाम होगा वो असी बाद में दसांगे। ਵਕਫ ਬੋਰਡ ਅਮੈਂਡਮੈਂਟ ਬਿੱਲ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਮੁਜ਼ਾਹਰੇ ਹੋ ਰਹੇ ਨੇ, ਉੱਥੇ ਹੀ ਮਲੇਰਕੋਟਲੇ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਅੱਜ ਇੱਕ ਰੋਸ ਮਾਰਚ ਰੱਖਿਆ ਗਿਆ, ਜਿਸ ਨੂੰ ਦੇਖਦੇ ਹੋਏ ਅੱਜ ਗੱਲਬਾਤ ਕਰ ਲੈਂਦੇ ਮੁਸਲਿਮ ਭਾਈਚਾਰੇ ਨਾਲ, ਜੋ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮੈਂਡਮੈਂਟ ਬਿੱਲ ਵਕਫ ਬੋਰਡ ਦਾ ਜਿਹੜਾ ਬਿੱਲ ਪਾਰਿਤ ਕੀਤਾ ਹੈ ਉਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਵਿੱਚ ਕਾਫੀ ਰੋਸ਼ ਹੈ। ਤੁਹਾਡੇ ਨਾਲ ਗੱਲਬਾਤ ਕਰਾਂਗੇ। ਮੁਸਲਿਮ ਭਾਈਚਾਰੇ ਦਾ ਪੂਰੇ ਇਕੱਠ ਹੈ, ਕਿੰਨਾ ਕੁ ਗੁੱਸਾ ਹੈ ਭਾਈਚਾਰੇ ਚ ਮਲਣ? ਮਾਸ਼ਾਅੱਲਾ ਅੱਜ ਜਦ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਤਾਦਾਦ ਦੇ ਵਿੱਚ ਮਾਸ਼ਾਅੱਲਾ ਮੁਸਲਮਾਨ ਇਸ ਧੁੱਪ ਦੇ ਵਿੱਚ ਉਰੇ ਆਪਣੇ ਘਰੋਂ ਨਿਕਲੇ ਹੋਏ ਨੇ, ਔਰ ਹੋਣਾ ਵੀ ਚਾਹੀਦਾ ਹੈ। ਇਸ ਦਾ ਜੋ ਬਿੱਲ ਪਾਸ ਕੀਤਾ ਗਿਆ ਹੈ ਵਕਫ ਬੋਰਡ ਦੇ ਹਵਾਲੇ ਨਾਲ, ਤਾਂ ਇਹ ਇੱਕ ਸਿਰਫ ਬਹਾਨਾ ਹੈ ਮੁਸਲਮਾਨਾਂ ਦੀ ਪ੍ਰੋਪਰਟੀਆਂ ਤੇ ਕਬਜ਼ਾ ਕਰਨ ਦਾ। ਤਾਂ ਦੇਖੋ ਜਦ ਤੱਕ ਸਾਡੇ ਘਰਾਂ ਪਰ ਬਲਡੋਜ਼ਰ ਚੱਲਦੇ ਰਹੇ ਅਸੀਂ ਚੁੱਪ ਰਹੇ, ਸਾਡੇ ਨਮਾਜ਼ ਪਰ ਪਾਬੰਦੀ ਲਗਾਈ ਗਈ ਅਸੀਂ ਚੁੱਪ ਰਹੇ, लेकिन उन्हें वक्फ की ज़मीन है, साड़ी नहीं अल्लाह की ज़मीन है। तो जब अल्लाह की ज़मीन पर कोई आँख उठा कर देखेगा तो कोई मुसलमान किसी कोने पर खामोश नहीं रहेगा। लेकिन मैं थोड़े इस माइक के थ्रू एक पैगाम देना चाहना, जो अजकल मीडिया जो 5, 10, 50 बंदे इकट्ठे करके वो ये पैगाम दे रही है कि मुसलमान तो इस बिल नाल खुश ने, उन्होंने 40-50 टोपियाँ पवा के उन्होंने मुसलमान दिखा के कि ये दिखाना चाहती है कि मुसलमान इस बिल नाल खुश ने। उन्होंने ये 5,000, 50,000, 1 लाख का मजमा नहीं दिख रहा।
ਜਿਹੜੇ ਇਹਨਾਂ ਦੇ ਪ੍ਰੋਟੈਸਟ ਕਰ ਰਹੇ ਨੇ, ਇੱਥੇ ਇhtਜਾਜ ਕਰ ਰਹੇ ਨੇ ਇਸ ਬਿੱਲ ਦੇ ਖਿਲਾਫ। ਅਸੀਂ ਇੰਨੇ ਬੇਵਕੂਫ ਨਹੀਂ ਹੈ, ਕੋਈ ਵੀ ਮੁਸਲਮਾਨ ਇਸ ਬਿੱਲ ਦੀ ਹਮਾਇਤ ਦੇ ਵਿੱਚ ਨਹੀਂ ਹੈ। ਲੇਕਿਨ ਅਗਰ ਕੋਈ ਮੁਸਲਮਾਨ, ਕੋਈ ਮੌਲਵੀ ਜਾਂ ਕੋਈ ਮੁਫਤੀ ਜਾਂ ਕੋਈ ਵੀ ਇਸ ਬਿੱਲ ਦੀ ਹਮਾਇਤ ਕਰ ਰਿਹਾ ਹੈ, ਇਸ ਦਾ ਮਤਲਬ ਇਹ ਹੈ ਕਿ ਉਹਨੇ ਕੋਈ ਨਾ ਕੋਈ ਵਕਫ ਬੋਰਡ ਦੀ ਪ੍ਰਾਪਰਟੀ ਪਰ ਕਬਜ਼ਾ ਕੀਤਾ ਹੋਇਆ ਹੈ, ਤਾਂ ਉਸ ਤੋਂ ਬਚਣ ਵਾਸਤੇ ਹੀ ਉਹ ਇਸ ਬਿੱਲ ਦੀ ਹਮਾਇਤ ਕਰ ਰਿਹਾ ਹੈ ਤਾਂ ਕਿ ਉਸ ਦੀ ਪ੍ਰਾਪਰਟੀ ਬਚੀ ਜਾ ਸਕੇ। ਲੇਕਿਨ ਯਾਦ ਰੱਖੋ ਕਿ ਕੋਈ ਸੱਚਾ ਮੁਸਲਮਾਨ ਅੱਲਾਹ ਦੀ ਇਸ ਜ਼ਮੀਨ ਪਰ ਕਬਜ਼ਾ ਨਹੀਂ ਹੋਣ ਦੇਗਾ ਤੇ ਨਾ ਹੀ ਵਕਫ ਬੋਰਡ ਦੀ ਜ਼ਮੀਨ ਪਰ ਅਸੀਂ ਕਿਸੇ ਨੂੰ ਅੱਖ ਚੱਕਦੇ ਹੋਏ ਦੇਖਣ ਨਹੀਂ ਦੇਵਾਂਗੇ। ਇਨਸ਼ਾਅੱਲਾ ਹਰ ਮੁਸਲਮਾਨ ਆਪਣੇ ਘਰੋਂ ਅੱਜ ਬਾਹਰ ਨਿਕਲਿਆ ਹੋਇਆ ਹੈ। ਅਗਰ ਇਹ ਬਿੱਲ ਵਾਪਸ ਨਹੀਂ ਹੋਇਆ, ਉਸ ਤੋਂ ਬਾਅਦ ਜੋ ਇਨਸ਼ਾਅੱਲਾ ਅੱਗੇ ਇਕਦਾਮ ਹੋਊਗਾ ਉਹ ਅਸੀਂ ਬਾਅਦ ਦੇ ਵਿੱਚ ਦੱਸਾਂਗੇ। ਇਹਨੂੰ ਦੇਖੋ, ਕੋਈ ਵੀ ਇੱਕ ਬੰਦਾ ਵੀ ਬੈਠ ਕੇ ਸਾਡੇ ਨਾਲ ਡਿਬੇਟ ਕਰੇ ਸੀ, ਇਹ ਨੰਬਰ ਗੇਮਸ ਆ, ਉਹਨਾਂ ਕੋਲ ਨੰਬਰ ਜ਼ਿਆਦਾ ਸੀ, ਧੱਕੇ ਨਾਲ ਇਹ ਪਾਸ ਕਰਤਾ। ਮਗਰ ਕੋਈ ਬੈਠ ਕੇ ਸਾਡੇ ਨਾਲ ਡਿਬੇਟ ਕਰੇ, ਬੜੇ ਜਿਹੜੇ ਚੈਨਲਸ ਦੇ ਉੱਪਰ ਉਹਨਾਂ ਕੋਲ ਗੱਲ ਨਹੀਂ ਉਹਨਾਂ ਨੂੰ ਆ ਰਹੀ ਕਿ ਇਹ ਬਿਲਕੁਲ ਅਨਕਨਸਟੀਟਿਊਸ਼ਨਲ ਬਿੱਲ ਹੈ ਔਰ ਇਹਦੀ ਜਿਹੜੀ ਧਾਰਾ ਜਿਹੜੇ ਸੈਕਸ਼ਨ ਸੀਗੇ, ਆਰਟੀਕਲ ਜਿਹੜੇ ਸੀਗੇ ਆਪਣੇ, ਆਰਟੀਕਲ 14 ਹੋ ਗਿਆ, ਆਰਟੀਕਲ 15 ਹੋ ਗਿਆ, 25, 26, 29, 30, ਜਿਹਦੀ ਇਹਨਾਂ ਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ ਕਿ ਇੱਕ ਧਰਮ ਵਾਸਤੇ ਹੋਰ ਕਾਨੂੰਨ, ਦੂਸਰੇ ਧਰਮ ਵਾਸਤੇ ਹੋਰ ਕਾਨੂੰਨ, ਜਦ ਕਿ ਸਾਨੂੰ ਆਰਟੀਕਲ 14, 15 ਤਾਂ ਇਹ ਗੱਲ ਕਹਿ ਰਹੇ ਆ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਧਰਮ ਦੇ ਨਾਮ ਦੇ ਉੱਪਰ, ਜਾਤੀ ਦੇ ਨਾਮ ਦੇ ਉੱਪਰ ਡਿਸਕ੍ਰਿਮੀਨੇਸ਼ਨ ਸਾਡਾ ਸੰਵਿਧਾਨ ਕਹਿ ਰਿਹਾ। ਤੁਸੀਂ ਬਿੱਲ ਦੇ ਵਿੱਚ ਸਾਡੇ ਬੋਰਡਸ ਨੇ ਜਿਹੜੇ ਸਾਡੇ ਵਕਫ ਨੂੰ ਮੈਨੇਜ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ 2 ਨਾਨ ਮੁਸਲਿਮਸ ਹੋਣਗੇ, ਜਿਹੜੇ ਹੋਰ ਧਰਮਾਂ ਦੇ ਨੇ, ਹਿੰਦੂ ਇੰਡਾਊਮੈਂਟ ਬੋਰਡਸ ਨੇ, ਹਿੰਦੂ ਸ਼ਰਾਈਨ ਬੋਰਡਸ ਨੇ, SGPC ਹੈ ਜਾਂ ਨੈਸ਼ਨਲ ਕ੍ਰਿਸਚਨ ਬੋਰਡ ਹੈ, ਉਹਦੇ ਵਿੱਚ ਕੌਣ ਮੁਸਲਿਮ ਹੈ ਜਾਂ ਕੌਣ ਨਾਨ ਕ੍ਰਿਸਚਨ ਜਾਂ ਨਾਨ ਸਿੱਖ ਜਾਂ ਨਾਨ ਹਿੰਦੂ ਤਾਂ ਹੈ ਨਹੀਂ। ਫਿਰ ਮੁਸਲਿਮਸ ਦੇ ਅਫੇਅਰਸ ਨੇ ਜਿਹੜੇ, ਵਕਫ ਹੈ ਸਾਡਾ ਸ਼ਰਈ ਮਾਮਲਾ, दीनी मामला, ठीक है, ये ਜਿਹੜਾ ਵਕਫ ਹੈ ਔਰ ਇਹਦੇ ਵਿੱਚ ਮੁਦਾਖਲਤ ਕਰਕੇ 2 ਜਿਹੜੇ ਨਾਨ ਮੁਸਲਿਮ ਮੈਂਬਰਸ ਨੇ ਤਾਂ ਸਿੱਧਾ ਉਹਦੀ ਵਾਇਲੇਸ਼ਨ ਜਿਹੜੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ। ਔਰ ਜਿਹੜੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ, ਆਨਰੇਬਲ ਸੁਪਰੀਮ ਕੋਰਟ ਅੱਜ ਤੱਕ ਮੇਰੇ ਕੋਲ ਨੁਮੈਰੇ ਸੇ ਫੈਸਲੇ ਪਏ ਨੇ ਆਨਰੇਬਲ ਸੁਪਰੀਮ ਕੋਰਟ ਦੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਨਸ ਅ ਵਕਫ ਆਲਵੇਜ਼ ਅ ਵਕਫ। ਇੱਕ ਵਾਰ ਜਿਹੜੀ ਵਕਫ ਹੋ ਗਈ ਉਹਦੀ ਨੇਚਰ ਨਹੀਂ ਬਦਲੀ ਜਾ ਸਕਦੀ, ਨਾ ਉਹ ਕਦੇ ਵੇਚੀ ਜਾ ਸਕਦੀ ਹੈ ਨਾ ਖਰੀਦੀ ਜਾ ਸਕਦੀ, ਉਹਦੀ ਨੇਚਰ ਨਹੀਂ ਚੇਂਜ ਕੀਤੀ ਜਾ ਸਕਦੀ। ਫਿਰ ਹੁਣ ਤੁਸੀਂ ਜਿਹੜੇ ਵਕਫ ਬਾਈ ਯੂਜ਼ਰ ਤੁਸੀਂ ਲੈ ਕੇ ਆਏ ਹੋ ਔਰ ਜਿਹੜੇ ਤੁਸੀਂ ਲਿਮਿਟੇਸ਼ਨ ਐਕਟ ਲੈ ਕੇ ਆਏ ਹੋ ਔਰ ਇਨਕਰੋਚਮੈਂਟ ਵਾਸਤੇ ਜਿਹੜੀ ਉਹਨਾਂ ਤੁਸੀਂ ਇਨਕਰੋਚਮੈਂਟ ਕਰਾਉਣ ਵਾਸਤੇ ਜਿਹੜੀ ਸਜ਼ਾ ਦੀ ਘਟਾਈ ਹੈ ਤੁਸੀਂ, ਤਾਂ ਉਹ ਤੁਸੀਂ ਉਹ ਕਰਕੇ ਆਏ ਹੋ ਤਾਂ ਸਾਫ਼ ਤੁਸੀਂ ਉਹਨਾਂ ਦੀਆਂ ਧੱਜੀਆਂ ਉਡਾਈਆਂ ਨੇ। ਤੁਸੀਂ ਜਿਹੜੇ ਤੁਸੀਂ ਅਮੈਂਡਮੈਂਟਸ ਕੀਤੀਆਂ ਨੇ, ਇੱਕ ਅਮੈਂਡਮੈਂਟ ਦੇ ਉੱਪਰ 1 by 1। ਔਰ ਦੇਖੋ ਸਭ ਤੋਂ ਬੜੀ ਜਿਹੜੀ ਇਹਨਾਂ ਨੇ ਧੱਕਾ ਕੀਤਾ ਕਿ ਨਾ ਪਾਰਲੀਮੈਂਟ 'ਚ ਡਿਸਕਸ ਹੋਇਆ, ਇੱਕ ਨਵਾਂ ਇਹਦੇ ਵਿੱਚ ਜਿਹੜਾ ਆਰਟੀਕਲ ਪਾਤਾ, ਇੱਕ ਨਵਾਂ ਸੈਕਸ਼ਨ ਐਡ ਕੀਤਾ 3D, ਜਿਹਦੇ ਵਿੱਚ ਜਿੰਨੀਆਂ ਵੀ ਹਿਸਟੋਰੀਕਲ ਪਲੇਸਿਸ ਨੇ ਲਾਈਕ ਹਮਾਯੂੰ ਕਾ ਮਕਬਰਾ ਜਾਂ ਪੁਰਾਣੀਆਂ ਜਿਹੜੀਆਂ ਮਸਜਿਦਾਂ ਪਈਆਂ ਨੇ, ਹੋਰ ਜਿਹੜੀਆਂ ਲਾਲ ਕਿਲੇ ਦੇ ਵਿੱਚ ਮਸਜਿਦਾਂ ਨੇ ਜਾਂ ਕੁਤਬ ਮੀਨਾਰ ਦੇ ਨਾਲ ਮਸਜਿਦ ਪਈ ਹੈ, ਜਿਹੜੀਆਂ ਹਿਸਟੋਰੀਕਲ ਮਸਜਿਦਾਂ ਨੇ ਜਾਂ ਜਿਹੜੀਆਂ MP ਦੇ ਵਿੱਚ ਨੇ, UP ਦੇ ਵਿੱਚ ਨੇ, ਹਜ਼ਾਰਾਂ ਹੀ ਮਸਜਿਦਾਂ ਔਰ ਸਾਡੇ ਮਕਬਰੇ ਔਰ ਜਿਹੜੇ ਕਬਰਸਤਾਨ ਨੇ ਜਿਹੜੇ ਪੁਰਾਣੇ ਬਣੇ ਹੋਏ ਨੇ, ਜਿੱਥੇ ਆਰਕੀਓਲੋਜੀਕਲ ਡਿਪਾਰਟਮੈਂਟ ਕੰਮ ਕਰ ਰਿਹਾ, ਤੁਸੀਂ ਇੱਕ ਲਾਈਨ ਲਿਖ ਕੇ ਉਹ ਸਾਰੇ ਤੋਂ ਹੀ ਵਕਫ ਦਾ ਦਾਅਵਾ ਖਤਮ ਕਰਤਾ। ਇਹ ਕੀ ਹੋ ਰਿਹਾ ਹੈ? ਅਗਰ ਤੁਸੀਂ ਸਾਨੂੰ ਤਾਂ ਇਹ ਤੁਸੀਂ ਦੋਹਰੇ ਦਰਜੇ ਦੇ ਜਿਹੜੇ ਨਾਗਰਿਕ ਇਹ ਸਾਬਤ ਕਰਨ ਦੇ ਉੱਪਰ ਤੁਸੀਂ ਤੁਲੇ ਹੋਏ ਤਾਂ ਇਨਸ਼ਾਅੱਲਾ ਸਾਨੂੰ ਦੇਸ਼ ਦੇ ਸੰਵਿਧਾਨ ਦੇ ਉੱਪਰ, ਸਾਨੂੰ ਦੇਸ਼ ਦੇ ਕਾਨੂੰਨ ਦੇ ਉੱਪਰ ਪੂਰੀ ਉਮੀਦ ਹੈ। ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਨੇ। ਅੱਜ ਇਨਸ਼ਾਅੱਲਾ ਖੜੇ ਹਾਂ ਸਾਰੇ, ਅਸੀਂ ਸਾਰੇ ਮਿਲ ਕੇ ਵੀ ਮਲੇਰਕੋਟਲਾ ਵੱਲੋਂ ਇੱਕ ਕਮੇਟੀ ਬਣਾ ਕੇ ਵੀ ਇਸ ਵਕਫ ਅਮੈਂਡਮੈਂਟ ਐਕਟ ਨੂੰ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਆਨਰੇਬਲ ਸੁਪਰੀਮ ਕੋਰਟ ਤੋਂ ਕਿ ਇਸ ਜਿਹੜਾ ਐਕਟ ਹੈ ਇਸ ਨੂੰ ਇਨਸ਼ਾਅੱਲਾ ਰੱਦ ਕੀਤਾ ਜਾਊਗਾ। ਇਹ ਸਨ ਐਡਵੋਕੇਟ ਮਬੀਨ ਫਰੂਕੀ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਮਲੇਰਕੋਟਲਾ ਸ਼ਹਿਰ ਵਾਸੀਆਂ ਸਾਰੇ ਮੁਸਲਮਾਨਾਂ ਵੱਲੋਂ ਇੱਕ ਯਾਚਿਕਾ ਦਾਇਰ ਕੀਤੀ ਜਾਊਗੀ ਸੁਪਰੀਮ ਕੋਰਟ ਦੇ ਵਿੱਚ, ਜਿਹੜਾ ਇਹ ਬਿੱਲ ਪਾਸ ਹੋਇਆ ਕੇਂਦਰ ਦੀ ਸਰਕਾਰ ਵੱਲੋਂ। ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ ਵਰਮਾ, ਪੰਜਾਬੀ ਖਬਰਾਂ, ਮਲੇਰਕੋਟਲਾ।